कला समरथ, डोलन ते रखो प्रभु, नानक दे कर हथ। फिरत फिरत प्रभाया, पुरया तो सुरनाए, नानक की प्रभ बेनती, अपनी भक्ति लाए। कहा बुद्ध प्रभ तुच्छ हमारी, वर्ण सके महिमा जो तिहारी। हम न सकत कर सिर्फ तुम्हारी, आप ले हो तुम कुता सुधारी। मुँह कूचरा शास्त्र फाट, पिंग गिरन चढ़ जाए। अंध लिखे बदरोशन, जो काल कृपा कराए। सो को टल गुर सेविए, एन विषय सुहाए। दर्शन पर से गुरु के, जन्म मरण दुख जाए। सज्जन सच्चा पातशाह, सिर साहा दे साह। निष्पास बैठे सोइए, सबना दावे साह। सज्जन सच्चा पातशाह, सिर साहा दे साह। निष्पास बैठे सोइए, सज्जन सच्चा निष्पास बैठे सोइए, सबना दावे साह। वाहिगुरु साहिब जीओ। सोरठ महला पंजवा। अविनाशी जीअन को दाता, सिमरत सब मल खोई। गुण निधान भगतन को बरतन, बिरला पावै कोई। अविनाशी जीअन को दाता, सिमरत सब मल खोई। गुण निधान भगतन को बरतन, बिरला पावै कोई। मेरे मान जप गुरबो, गोपाल प्रभ सोई। जाकी शरण पया सुख पाइया, बहुर दुख न होई। रहाओ बड़ भागी साध संग प्राप्त, तिन भेटत दुर्मत खोई। तिन की धूर नानक दास वाछै, जिन हर नाम हृदय बरोई। बड़ भागी साध संग प्राप्त, तिन भेटत दुर्मत खोई। तिन की धूर नानक दास वाछै, जिन हर नाम हृदय बरोई। वाहिगुरु जी का खालसा, वाहिगुरु जी की फतेह। सोरठ महला पंजवा। अविनाशी जीअन को दाता, सिमरत सब मल खोई। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जीओ। अज का दिहाड़ा जो आप संगतां माई पाई श्री गुरुद्वारा अखंड प्रकाश जे हाल दीवान दे विच सजे हुए हो। सो ये उन्हां महापुरुषां दी याद विच जो उन्होंने इस स्थान ते रह के सेवा की ते अपने शरीर नूं सेवा विच ला के अखीर तक सतगुरु साहिब जी की सिक्खी की सिक्ख्या अनुसार बतीत करदे होया
ਪ੍ਰਲੋਕ ਗਮਨ ਕੀਤਾ। ਸੋ ਉਹਨਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ ਆਪਣੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਰਕੇ ਸੰਸਾਰ ਦੇ ਵਿੱਚ ਕਿਹਾ ਜਾਂਦਾ ਹੈ, ਸੋ ਇਸ ਸੰਪਰਦਾ ਦੇ ਨਾਲ ਜੋ ਇਹ ਵਾਹਿਗੁਰੂ ਸੰਪਰਦਾ ਦਾ ਕੀ ਅਰਥ ਹੁੰਦਾ ਹੈ? ਸੰਗ ਚੰਗੀ ਤਰ੍ਹਾਂ ਭਲੀ ਪ੍ਰਕਾਰ ਕੋਈ ਵਾਹਿਗੁਰੂ ਪਰਮੇਸ਼ਰ ਵੱਲੋਂ ਦੇਣ ਦਿੱਤੀ ਹੋਈ ਉਸ ਨੂੰ ਸੰਪਰਦਾ ਕਿਹਾ ਜਾਂਦਾ ਹੈ। ਪਰ ਜੋ ਇਸ ਸਥਾਨ 'ਤੇ ਇਹ ਟਕਸਾਲ ਦੇ ਅਨੁਸਾਰ ਜਾਂ ਸੰਪਰਦਾ ਦੇ ਅਨੁਸਾਰ ਇਹਦੀ ਵਰਤੋਂ ਹੋ ਰਹੀ ਹੈ, ਉਹ ਇਸ ਦੇ ਵਿੱਚ ਦੇਣ ਅਸਲੀ ਸਭਨਾ ਜੀਆਂ ਕੋ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਉਹ ਵਾਹਿਗੁਰੂ ਪਰਮੇਸ਼ਰ ਹੀ ਸਭ ਦਾਤਾਂ ਦੇ ਤਾਈਂ ਦੇਣ ਵਾਲਾ ਹੈ। ਅਤੇ ਇਹ ਜਿਹੜੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਅੰਮ੍ਰਿਤ ਰੂਪ ਬਾਣੀ ਹੈ, ਇਸ ਦਾ ਜਿਹੜਾ ਵਿਚਾਰ ਹੈ ਇਹ ਗੁਰਮਤਿ ਦੀ ਰੀਤੀ ਅਨੁਸਾਰ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਹੀ ਬਾਣੀ ਦਾ ਉਚਾਰਨ ਆਇਆ। ਜੈਸਾ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਕਿ ਜਿਸ ਤਰ੍ਹਾਂ ਉਹ ਆਪੋਂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ। ਹੋਰ ਸੰਸਾਰ ਦੇ ਵਿੱਚ ਦੇਵੀ ਦੇਵਤਿਆਂ ਦੇ ਮੁਖੀ ਜੋ 5 ਕਾਫੀ ਵਿਭੂਤੀ ਸਮੱਗਰੀ ਵਾਲੇ ਦੇਵਤੇ ਮੰਨੇ ਹੋਏ ਨੇ। ਪੁਰਾਣਕ ਮਤ ਦੇ ਅਨੁਸਾਰ ਸੂਰਜ ਹੈ, ਗਣੇਸ਼ ਹੈ, ਦੇਵੀ ਹੈ, ਸ਼ਿਵ ਜੀ ਹੈ ਅਤੇ ਵਿਸ਼ਨੂੰ ਹੈ। ਇਹ ਉਹਨਾਂ ਨੇ 5 ਐਸ਼ਵਰਜ ਵਾਲੇ ਵੀ ਇਹਨਾਂ ਕੋਲ ਕਾਫੀ ਵਿਭੂਤੀ ਹੈ। ਲੋਕਾਂ ਨੂੰ ਅੱਗੇ ਦਿੰਦੇ ਆ ਜਿਹੜਾ ਇਹਨਾਂ ਦੇ ਸ਼ਰਨ ਲੈ ਲੈਂਦਾ ਹੈ ਜਾਂ ਇਹਨਾਂ ਦੇ ਅਨੁਸਾਰ ਹੋ ਕੇ ਚੱਲਦਾ ਹੈ। ਅਤੇ ਇਹ ਤਾਂ ਆਪਣੀ ਜਿਹੜੀ ਸਨਾਤਨ ਰੀਤੀ ਅਨੁਸਾਰ ਹਿੰਦੂ ਸ਼੍ਰੇਣੀ ਹੈ, ਉਹਦੇ ਵਿੱਚ ਇਹ ਪੁਰਾਣਿਕ ਮਤ ਅਨੁਸਾਰ ਵਿਚਾਰ ਚਲੀ ਆ ਰਹੀ ਹੈ। ਜਿਹੜੇ ਪੁਰਾਣ ਸਨਾਤਨ ਮਤ ਦੇ ਵਿੱਚ ਆਪ ਜਿਹਨੂੰ ਹਿੰਦੂ ਸ਼੍ਰੇਣੀ ਕਹਿ ਦਿਓ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਕੋਈ 18 ਪੁਰਾਣ ਹੈ, 27 ਸਿਮਰਤੀਆਂ, ਉਹਨਾਂ ਦੇ ਵਿੱਚੋਂ ਵਿਆਸ ਜੀ ਮੁਖੀ ਵਿਦਵਾਨ ਹੋਏ ਹਨ ਅਤੇ ਵਾਹਿਗੁਰੂ ਪਰਮੇਸ਼ਰ ਦਾ ਜਪ ਤਪ ਕਰਕੇ ਉਹਨਾਂ ਨੂੰ ਇਹ ਵਿਦਿਆ ਰਚਣ ਦੀ ਪ੍ਰੇਰਨਾ ਹੋਈ ਹੈ। ਆਪ ਉਸਨੇ ਇਹ ਉਹਨਾਂ ਦੀ ਬੁੱਧੀ ਨੂੰ ਪ੍ਰੇਰ ਕੇ ਇਹ ਚੀਜ਼ਾਂ ਸੰਸਾਰ ਦੇ ਜੀਵਨ ਦੇ ਉਧਾਰ ਵਾਸਤੇ ਅੱਗੇ
ਪੁਸਤਕਾਂ 'ਤੇ ਲਿਖਵਾਈਆਂ ਅਤੇ ਕਥਨ ਕੀਤੀਆਂ। ਆਪ ਲਿਖਾਈ ਹੋ ਰਿਹਾ, ਕਥਨ ਕੋਈ ਗੱਲਬਾਤ ਕਰਨੀ ਹੈ। ਇਹ ਹੈ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਜਿਹੜੀ ਹਿੰਦੂ ਸ਼੍ਰੇਣੀ ਹੈ ਇਹੀ ਮੰਨਦੀ ਹੈ। ਜਿਹੜੇ ਮੁਸਲਮਾਨ ਹੈ ਉਹ ਨਹੀਂ ਮੰਨਦੇ, ਨਾ ਈਸਾਈ ਮੰਨਦੇ ਹੈ। ਮੁਸਲਮਾਨਾਂ ਦੇ ਅੰਤਰਗਤ ਹੀ ਜਿਹੜੇ ਈਸੇ ਨੂੰ ਮੰਨਣ ਵਾਲੇ ਹੈ ਉਹਨਾਂ ਦਾ ਵੀ, ਉਹਨਾਂ ਦੀ ਜਾਣਕਾਰੀ ਵੀ ਐਸੀ ਵੈਸੀ ਹੈ। ਸੋ ਇਹ ਸੰਸਾਰ ਦੀ ਰਚਨਾ, ਇਹ ਸੰਸਾਰ ਵਿਕਾਰ ਸੰਸ਼ੇ ਮੈਂ, ਇਹ ਸੰਸਾਰ ਹਰ ਪੰਜ ਤੱਤ ਹਰ ਤਾਤੂ ਪੰਜ ਆਪ ਪਾਵੈ। ਇਹ ਵਾਹਿਗੁਰੂ ਪਰਮੇਸ਼ਰ ਹੀ ਆਪ ਸੰਸਾਰ ਨੂੰ ਰਚਦਾ ਹੈ। ਇਸੇ ਕਰਕੇ ਉਹਨੂੰ ਕਰਤਾ ਪੁਰਖ ਕਿਹਾ ਜਾਂਦਾ ਹੈ ਅਤੇ ਕਰਮਾਂ ਦੇ ਅਨੁਸਾਰ ਉਹ ਸਾਰਿਆਂ ਨੂੰ ਕਿ ਰੋਜ਼ੀ ਦਹੰਦ ਹੈ ਕਿ ਰਾਜਿਕ ਰਹਿੰਦ ਹੈ, ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ। ਇਹ ਦਸਮ ਪਾਤਸ਼ਾਹ ਜੀ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਹੈ। ਪਰ ਇਸ ਗੱਲ ਨੂੰ ਜਿਹੜੇ ਆਸਤਿਕ ਭਾਵਨਾ ਵਾਲੇ ਨੇ ਸੰਸਾਰ ਦੇ ਵਿੱਚ, ਵੀ ਉਸ ਵਾਹਿਗੁਰੂ ਨੇ ਇਹ ਸੰਸਾਰ ਨੂੰ ਚਲੋ ਵਾਹਿਗੁਰੂ ਦੀ ਹੋਂਦ ਤਾਂ ਮੰਨ ਲਈ ਵੀ ਵਾਹਿਗੁਰੂ ਹੈਗਾ, ਇਹ ਨਹੀਂ ਮੰਨਦੇ ਵੀ ਨਹੀਂ ਹੈ ਨਹੀਂ, ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਅਤੇ ਇਹ ਹੁਣ ਸੰਸਾਰ ਨੂੰ ਕਿਉਂ ਰਚਿਆ, ਉਹਨੂੰ ਕੀ ਲੋੜ ਪੈ ਗਈ? ਵਾਹਿਗੁਰੂ ਨੂੰ ਕਿ ਮੈਂ ਸੰਸਾਰ ਰਚਿਆ ਤਾਂ ਉਸੇ ਨਹੀਂ ਹੈ। ਅਤੇ ਉਹ ਕਹਿੰਦੇ ਵੀ ਉਹਨੂੰ ਕੋਈ ਖਾਹਿਸ਼ ਹੀ ਨਹੀਂ ਹੈ, ਨਿਰਵਿਕਾਰ ਨਿਰਲੰਭ ਹੈ। ਅਤੇ ਕਿਵੇਂ ਰਚਿਆ? ਇਹਨੂੰ ਨਹੀਂ ਥਿਤਵਾਰ ਨ ਜੋਗੀ ਜਾਣੇ, ਰੁਤ ਮਾਹੋ ਨ ਕੋਈ। ਉਹ ਤਾਂ ਕਹਿੰਦੇ ਜਾਣਦਾ ਆਪ ਜਾ ਕਰਤਾ ਸੇਠੀ ਕੋ ਸਾਜੇ, ਆਪੇ ਜਾਣੇ ਸੋਈ। ਇਹਦਾ ਸਮਾਂ ਜਾਂ ਹੋਰ ਚੀਜ਼ ਹੈ, ਇਹਦੇ ਉੱਤੇ ਉਹੀ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ ਹੈ। ਚਲੋ ਇਸ ਵਿਚਾਰ ਦੇ ਵਿੱਚ ਪਿਆ ਤਾਂ ਸਮਾਂ ਅੱਗੇ ਮਨ ਬੁੱਧ ਜਾਂ ਹੋਰ ਉਹ ਇਹ ਇਹਦੇ ਵਿੱਚ ਹੀ ਫਸਣਗੇ। ਹਾਂ, ਸਾਨੂੰ ਫਿਰ ਕੀ ਇਹਦੀ ਵਿਚਾਰ ਥੋੜ੍ਹੀ ਵਾਲੀ ਵਿਚਾਰ ਤਾਂ ਹੈਗੀ ਹੈ। ਸਭ ਕਹਿੰਦੇ ਆ, ਸਾਰੇ ਮਤਾਂ ਵਾਲੇ ਦੱਸਦੇ ਵੀ ਉਹ ਰਚੀ ਆ ਰਚੀ ਹੈ, ਪਰ ਅਸੀਂ ਚਲੋ ਵਾਹਿਗੁਰੂ ਕਹਿ ਦਿਓ, ਈਸ਼ਵਰ ਕਹਿ ਦਿਓ, ਉਹਨੂੰ ਕਹਿ ਦਿਓ ਵੀ ਉਹਦਾ ਸਾਡੇ ਵਰਗਾ ਸਰੀਰ ਨਹੀਂ ਹੈ। ਇਸੇ ਕਰਕੇ ਉਹ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਹੈ। ਜੇ ਇਸ ਤਰ੍ਹਾਂ ਦਾ ਸਰੀਰ ਮੰਨ ਲਈਏ ਤਾਂ ਫਿਰ ਉਹ ਵੀ ਆਪਣੇ ਜੰਮਣ ਮਰਨ 'ਚ ਆਊਗਾ। ਜੰਮਣ ਮਰਨਾ ਬਣਾਇਆ ਉਸੇ ਨਹੀਂ ਹੈ, ਸ੍ਰਿਸ਼ਟੀ ਉਸੇ ਨੇ ਬਣਾਈ ਹੈ।
ਜੰਮਣ ਮਰਨ ਦੇ ਵਿੱਚ ਪਾਉਂਦਾ ਉਹੀ ਹੈ। ਕਿਉਂ ਸਾਰੇ ਸ਼ਾਸਤਰ ਵੀ ਇਹ ਕਹਿੰਦੇ ਬਹੁਤ ਦਿਆਲੂ ਹੈ, ਬੜਾ ਕਿਰਪਾਲੂ ਹੈ, ਅਤੇ ਉਹ ਵੀ ਬੜਾ ਦਿਆਲੂ ਹੈ। ਦੂਜੇ ਨੂੰ ਫਸਾ ਦੇਣਾ ਅਤੇ ਆਪ ਸੁਤੰਤਰ ਹੀ ਰਹਿਣਾ। ਠੀਕ ਹੈ, ਉਸਨੇ ਵੀ ਵਿੱਚ ਧਾਤੂ ਇਹ ਹੈ ਵੀ ਹੁਣ ਤਾਂ ਮੁਕਤੀ ਹੈ। ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਇਹਨਾਂ ਦੇ ਵਿੱਚ ਹੀ ਅਸੀਂ ਫਸੇ ਹੋਏ ਹੋਣੇ ਕਰਕੇ ਜੰਮਣ ਮਰਨ ਦੇ ਵਿੱਚ, ਪਾਪ ਪੁੰਨ ਦੇ ਵਿੱਚ, ਇਹ ਸੰਸਾਰ ਦੇ ਵਿੱਚ ਆਉਂਦੇ ਹੈ। 84 ਲੱਖ ਜੂਨ ਭੋਗਦੇ ਹੈ ਅਤੇ ਆਪ ਤਾਂ ਨਹੀਂ ਉਹ ਜੰਮਣ ਮਰਨ ਵਿੱਚ ਆਉਂਦਾ। ਅਤੇ ਨਾ ਉਹਨੂੰ ਕੋਈ ਇਹ ਪੁੱਛ ਸਕਦਾ ਵੀ ਤੂੰ ਇਹ ਕੀ ਕੀਤਾ। ਦੂਜਿਆਂ ਨੂੰ ਆਪ ਤੂੰ ਸੁਤੰਤਰ ਹੈ, ਨਿਰਲੇਪ ਹੈ, ਸਰਵ ਸ਼ਕਤੀਵਾਨ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇਰੇ ਅਧੀਨ ਹੈ, ਤੂੰ ਆਪ ਵੀ ਮੇਟ ਸਕਦਾ ਹੈ ਅਤੇ ਦੂਜਿਆਂ ਦੇ ਵਿੱਚ ਕਿਉਂ ਪਾਤੇ। ਆਪੇ ਤਾਂ ਨਹੀਂ ਪੈ ਗਏ। ਸਭ ਤੋਂ ਮੁੱਢ ਹੈ ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ। ਸਭ ਤੋਂ ਮੁੱਢ ਹੰਕਾਰ ਹੈ। ਇਹ ਵੀ ਉਸਨੇ ਵੀ ਪੰਜੇ ਇਹ ਜਿਹੜੇ ਹਰ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ। ਜੇ ਹੰਕਾਰ ਹੈ, ਹਉਮੈ ਹੈ ਤਾਂ ਜੀਵਾਂ ਅਸੀਂ, ਅਤੇ ਜੀਵਾਂ ਨੂੰ ਬਣਾਉਣ ਵਾਲਾ ਤਾਂ ਵਾਹਿਗੁਰੂ ਹੀ ਪਰਮੇਸ਼ਰ ਹੈ। ਉਹ ਅਚਰਜ ਹੈ। ਵਾਹ ਨਾਮ ਅਚਰਜ ਕੋ ਹੋਈ। ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਇਹ ਅਗਿਆਨ ਹਉਮੈ ਨੂੰ ਦੂਰ ਕਰਕੇ ਅਤੇ ਗਿਆਨ ਬਖਸ਼ ਕੇ ਫਿਰ ਉਹ ਖੇਲ ਖੇਲ ਅਖੇਲ ਖੇਲਨ ਅੰਤ ਕੋ ਕਰੀ। ਦੇਵ ਭੇਵ ਨ ਜਾਨਹੀ ਜੇ ਬੇਲ ਔਰ ਕਤੇਬ। ਦੇਵ ਭੇਵ ਜਿਹੜੇ ਦੇਵਤੇ ਉਹ ਵੀ ਇਸ ਗੱਲ ਦੇ ਭੇਤ ਨੂੰ ਨਹੀਂ ਜਾਣਦੇ। ਜਿਹੜੇ ਵੇਦਾਂ ਦੇ ਰਚਣ ਵਾਲੇ ਨੇ ਉਹ ਵੀ ਰਿਸ਼ੀ ਮੁਨੀ ਜਾਂ ਅਵਤਾਰ ਉਹ ਵੀ ਨਹੀਂ ਇਸ ਗੱਲ ਨੂੰ ਜਾਣਦੇ। ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕੇ ਜੀਵ। ਉਹਦਾ ਰੂਪ ਰੰਗ ਅਤੇ ਜਾਤੀ ਪਾਤੀ ਵੀ ਜਿਸ ਤਰ੍ਹਾਂ ਦਾ ਹੈ ਉਹ ਵੀ ਨਹੀਂ ਕਿਹਾ ਜਾਂਦਾ। ਇਸੇ ਕਰਕੇ ਉਹ ਵਾਹ ਨਾਮ ਅਚਰਜ ਕੋ ਹੋਈ। ਸੋ ਐਸੀਆਂ ਜਿਹੜੀਆਂ ਵਿਚਾਰਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆਉਂਦੀਆਂ ਇਹ ਦੁੱਖ ਰੂਪ ਹੈ ਜਾਂ ਸਾਧ ਸੰਗਤ ਕਰਕੇ ਹੈ। ਕਿਉਂਕਿ ਇਹ ਅੱਜ ਦਾ ਦਿਹਾੜਾ ਜਿਹੜਾ ਹੈ ਉਹ ਇਸ ਭਿੰਡਰਾਂ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਉਹ ਭਿੰਡਰਾਂ ਵਾਲੇ ਹੋਣੇ ਕਰਕੇ ਉਹਨਾਂ ਉਹ ਸੰਪਰਦਾਇ ਦਾ ਵੀ ਜਿਹੜੀ ਉਹਨਾਂ ਨੇ ਰੀਤੀ ਚੜਾਈ ਇਹ ਵੀ ਹੈ। ਇਹ ਵੀ ਭਿੰਡਰਾਂ ਵਾਲੀ ਸੰਪਰਦਾਇ ਵੀ ਦੇਣ ਹੈ। ਇਹ ਉਹਨਾਂ ਦੀ ਸੰਗਤ ਕਰਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਇਹ ਉਹਨਾਂ ਦਾ ਆਪਣੇ ਸੰਤ ਤਾਂ ਹੁੰਦਾ ਵੀ ਨਾਮ ਜਪਣ ਕਰਕੇ, ਅਤੇ ਗਿਆਨੀ ਹੁੰਦਾ ਜਿਹਨੂੰ ਸੂਝ ਬੂਝ ਅਰਥ ਵਿਚਾਰ ਦੀ ਹੋਵੇ। ਇਹਦਾ ਸਧਾਰਨ ਜੇ ਬਾਜੰਤਰ ਲਕਸ਼ਣ ਹਨ। ਅਤੇ ਉਹਨਾਂ ਨੂੰ ਇਹਨਾਂ ਮਹਾਂਪੁਰਸ਼ਾਂ ਦੀ ਇਹਨਾਂ ਦਾ ਜਨਮ ਨਗਰ ਖਾੜੇ ਦਾ ਹੈ ਜੋ ਇਹ ਜਗਰਾਵਾਂ ਦੀ
ਹੱਡਬੰਦੀ ਜਿਹਨੂੰ ਅੱਜ ਕੱਲ੍ਹ ਤਹਿਸੀਲ ਕਹਿ ਦਿੰਦੇ, ਉਸ ਦੀ ਹੱਡਬੰਦੀ ਦੇ ਵਿੱਚ ਹੈ ਅਤੇ ਤਹਿਸੀਲ ਕਹਿ ਦਿੰਦੇ ਹੈ। ਅਤੇ ਉੱਥੇ ਇਹਨਾਂ ਨੇ ਦੀਵਾਨ ਲਾਇਆ, ਸੰਤ ਬਾਬੇ ਸੁੰਦਰ ਸੋਹਣਾ ਨੇ, ਪਿੰਡਰਾਂ ਵਾਲਿਆਂ ਨੇ ਦੀਵਾਨ ਲਾਇਆ। ਅਤੇ ਦੀਵਾਨ ਦੇ ਵਿੱਚ ਇਹਨਾਂ ਦਾ ਜਨਮ ਉੱਥੇ ਦਾ ਸੀ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਾ, ਅਤੇ ਇਹਨਾਂ ਦੇ ਪਿਤਾ ਉਸ ਵੇਲੇ ਅੰਗਰੇਜ਼ੀ ਰਾਜ ਸੀ ਅਤੇ ਬਰਮਾ ਵੀ ਜਿਹੜਾ ਸੀ ਇਹ ਵੀ ਉਹਨਾਂ ਦੀ ਹੱਡਬੰਦੀ 'ਚ ਸੀ। ਅਤੇ ਇਹਨਾਂ ਦੇ ਪਿਤਾ ਦਾ ਨਾਮ ਰੂਪ ਸਿੰਘ ਜੀ ਸੀ ਅਤੇ ਇਹ ਫੌਜ ਦੇ ਵਿੱਚ ਸੀਗੇ, ਪਿੱਛੋਂ ਪੈਨਸ਼ਨ ਆ ਗਏ ਸੀ। ਉਹਨਾਂ ਦੇ ਖਾੜੇ ਵਿੱਚ ਇਹਨਾਂ ਦਾ ਹੋਇਆ। ਅਤੇ ਇਹਨਾਂ ਦੇ ਘਰ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਹਿਲਾਂ ਤੋਂ ਵੀ ਅੱਗੇ ਤੋਂ ਅੱਗੇ ਕੁਛ ਪੀੜ੍ਹੀਆਂ ਤੋਂ ਸਿੱਖੀ ਪ੍ਰਪੱਕ ਚਲੀ ਆਉਂਦੀ ਸੀ। ਯਾਨੀ ਜਿਹੜੇ ਗੁਰਮੁਖ ਇਹਨਾਂ ਦੇ ਹੋਏ ਅੱਗੇ, ਆਪੇ ਨਰ ਆਪੇ ਫੁਲਨਾਰੀ ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭਾ ਵਿਚਾਰੋ ਵਾਹ ਵਾਹ ਕੋ ਵੱਡਾ ਤਮਾਸ਼ਾ। ਇਹ ਸ਼ਰਜ ਹੀ ਹੈ, ਵਾਹਿਗੁਰੂ ਵੀ ਸ਼ਰਜ ਹੈ, ਉਹਦਾ ਤਮਾਸ਼ਾ ਵੀ ਹੈ। ਖੇਲ ਵੀ ਜਿਹੜਾ ਹੈ ਉਹ ਸ਼ਰਜ ਹੈ। ਇਹ ਖੇਲ ਹੈ ਸਗਲ ਜਗਤ। ਇਹ ਉਹਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ, ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਸੰਸਾਰ ਤੋਂ ਜਨਮ ਮਰਨ ਤੋਂ ਛੁੱਟਣ ਦਾ ਸਾਧਨ ਉਹ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ। ਭਗਤੀ ਦੇ ਵਿੱਚ ਉਸ ਵਾਹਿਗੁਰੂ ਮੁੱਖ ਜਿਹੜਾ ਹੈ ਉਸ ਦਾ ਬੋਧ ਕਰਾਉਣ ਵਾਲਾ ਉਹ ਨਾਮ ਹੈ। ਉਸ ਨੂੰ ਸੁਖੈਨ ਸਮਝਣ ਵਾਸਤੇ ਕਿ ਨਾਮ ਦੀ ਮਹੱਤਤਾ ਇੰਨੀ ਕਿਉਂ ਕਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਜਿਹੜਾ ਨਾਮ ਹੈ ਉਹ ਅਵੰਤਰ ਵਾਕ ਹੈ ਜੀ, ਉਹ ਮਹਾਵਾਕ ਹੈ। ਅਵੰਤਰ ਵਾਕ ਤਾਂ ਜਿਹੜਾ ਕੇਵਲ ਜੀਵ ਆਤਮਾ ਅਤੇ ਈਸ਼ਵਰ ਆਤਮਾ ਨੂੰ ਭਿੰਨ ਭਿੰਨ ਕਰਕੇ ਜੁੜਾਵੇ, ਉਹਨੂੰ ਅਵੰਤਰ ਵਾਕ ਕਹਿ ਦਿੰਦੇ ਹੈ। ਅਤੇ ਜਿਹੜਾ ਹੈਗਾ ਮਹਾਵਾਕ ਹੈ, ਜਿਹੜਾ ਆਤਮਾ ਪ੍ਰਾਤਮਾ ਏਕੋ ਕਰੇ। ਆਤਮ ਚੀਨ ਪ੍ਰਾਤਮ ਚੀਨੇ ਫੋਰ ਦਈ ਭਰਮ ਕੀ ਮਟ ਕੀ, ਦਸਵੇਂ ਪਾਤਸ਼ਾਹ ਦਾ ਵਾਕ ਹੈ। ਅਤੇ ਇਹ ਜੀਵ ਆਤਮਾ ਅਤੇ ਪਰਮਾਤਮਾ ਅਤੇ ਕਿਉਂ ਅਤੇ ਕਿਵੇਂ ਉਸਨੇ ਇਹ ਨਹੀਂ ਕੋਈ ਦੱਸ ਸਕਦਾ। ਹਾਂ ਇੰਨਾ ਕੁ ਹੈ ਵੀ ਜਿਹੜੇ ਕੋਈ ਧਾਰਮਿਕ ਪੁਸਤਕ ਨੇ, ਵੇਦ ਨੇ, ਜਾਂ ਕੁਰਾਨ ਹੈ ਮੁਸਲਮਾਨਾਂ ਦਾ, ਈਸਾਈਆਂ ਦਾ, ਅੰਜੀਲ ਹੈ, ਤ੍ਰੇਤ ਹੈ, ਅਤੇ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ, ਉਹ ਦੱਸਦੇ ਆ ਵੀ ਇਹ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਇਸ ਸੰਸਾਰ ਨੂੰ ਰਚਿਆ ਅਤੇ ਉਸਨੇ ਇਹ ਪਾਏ ਵਿੱਚ। ਅਤੇ ਇਹ ਨਹੀਂ ਨਾ ਉਹਨੂੰ ਦੱਸਿਆ ਵੀ ਕਿਉਂ ਪਾਏ, ਅਤੇ ਨਾ ਕਿਸੇ ਨੇ ਹੋਰ ਨੇ ਕੋਈ ਆਪੋ ਆਪਣੀਆਂ ਵਿਚਾਰਾਂ ਤਾਂ ਕਹਿ ਸਕਦੇ ਨੇ ਜਾਂ ਕਹੀ ਜਾਂਦੇ ਨੇ ਵੀ ਐਂ ਪਾਇਆ ਜੀ, ਇਹ ਤੋਂ ਬਿਨਾਂ ਸੰਸਾਰ ਨਹੀਂ ਹੋ ਸਕਦਾ। ਜੋ ਹੋ ਜਾਵੇ ਸੰਸਾਰ, ਉਹਨੂੰ ਰਚਣ ਦੀ ਕੀ ਲੋੜ ਸੀ। ਜੇ ਉਹ ਆਨੰਦ ਸਰੂਪ ਹੈ ਅਤੇ ਵੱਡਾ ਦਾਤਾ ਤਿਲ ਨਾ ਸਮਾਏ,
ਕਿਸੇ ਦੀ ਤਮਾ ਇੱਛਾ ਨਹੀਂ ਹੈ ਤੇ ਫਿਰ ਉਹਨੂੰ ਇਹ ਸੰਸਾਰ ਰਚਣ ਦੀ ਕੀ ਲੋੜ ਹੈ। ਉਹ ਕਹਿੰਦੇ ਸੰਸਾਰ ਜਿਹੜੇ ਨੇ ਵਿਦਵਾਨ ਫਿਰ ਵੇਦ ਸ਼ਾਸਤਰਾਂ ਦੀ ਵਿਚਾਰ ਸਿਧਾਂਤ ਨੂੰ ਜਾਣਨ ਵਾਲੇ, ਉਹ ਕਹਿੰਦੇ ਸੰਸਾਰ ਇਹ ਜਿਹੜਾ ਹੈ ਇਹ ਅਗਿਆਨ ਕਰਕੇ ਪ੍ਰਤੀਤ ਹੋ ਰਿਹਾ ਹੈ, ਵਾਸਤਵ ਦੇ ਵਿੱਚ ਕੋਈ ਰਚਿਆ ਇਹਦਾ ਹੈ ਨਹੀਂ। ਇਹ ਗਿਆਨਵਾਨਾਂ ਦੀ ਵਿਚਾਰ ਹੈ, ਕਿਉਂਕਿ ਅੱਜ ਦਾ ਦਿਹਾੜਾ ਜਿਹੜਾ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਮਹਾਂਪੁਰਸ਼ਾਂ ਦੇ ਇਹ ਵਿਦਵਾਨ ਵੀ ਸਨ, ਕਮਾਈਆਂ ਵਾਲੇ ਵੀ ਸਨ। ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਦੀ ਸੰਗਤ ਦੇ ਵਿੱਚ ਆਏ ਅਤੇ ਇਹਨਾਂ ਨੇ ਫਿਰ ਅੱਗੇ ਜਿਹੜੀ ਗੁਰਮਤਿ ਦੀ ਵਿੱਦਿਆ ਹੈ ਅਤੇ ਦੂਸਰੇ ਵੀ ਜਿਹੜੇ ਪੁਰਾਣਿਕ ਵਿਚਾਰ ਚਲੇ ਆਉਂਦੇ ਜੇ ਸ਼ਾਸਤਰਾਂ ਦੇ, ਉਹ ਵੀ ਸਿੰਘਾਂ ਨੂੰ ਪੜ੍ਹਾਉਣਾ ਕੀਤੇ। ਅਤੇ ਉਸ ਦੇ ਵਿੱਚ ਇਹ ਵਿਚਾਰ ਜਿਹੜੀ ਹੈ ਇਹ ਨਹੀਂ ਹੋ ਸਕੀ ਕਿਸੇ ਤੋਂ ਵੀ। ਨਾਲੇ ਇੱਕ ਸਥੂਲ ਜਿਹਾ ਵਿਚਾਰ ਹੈ, ਦ੍ਰਿਸ਼ਟਾਂਤ ਹੈ, ਅਤੇ ਕੋਈ ਪੁਰਸ਼ ਆਪਣੇ ਕੋਈ ਨਾਲਾ ਜਾਂ ਦਰਿਆ ਜਾਂ ਹੋਰ ਲੰਘਣ ਲੱਗਾ, ਜਿਵੇਂ ਹਜ਼ੂਰ ਸਾਹਿਬ ਤੁਸੀਂ ਜਾਓ ਅਤੇ ਆਪਣੇ ਜਿਹੜਾ ਮਾਤਾ ਦਾ ਗੁਰਦੁਆਰਾ ਹੈ, ਉਹ ਇੱਧਰੋਂ ਹਜ਼ੂਰ ਸਾਹਿਬ ਉੱਧਰੋਂ ਜਾਂਦੇ, ਇੱਕ ਨਾਲਾ ਆਉਂਦਾ ਹੈ, ਨਾਲਾ ਆਉਂਦਾ, ਉਸਦੇ ਵਿੱਚ ਬਹੁਤ ਉੱਤੋਂ ਮਿੱਟੀ ਬਰੀਕ ਬਰੀਕ ਰਿੜ ਕੇ ਗੱਬ ਜਿਹਨੂੰ ਕਹਿੰਦੇ ਹੈ, ਉਹ ਜਮ੍ਹਾਂ ਹੁੰਦੀ ਰਹਿੰਦੀ ਹੈ, ਜਮ੍ਹਾਂ ਹੁੰਦੀ ਰਹਿੰਦੀ ਹੈ। ਜੇ ਉਸ ਦੇ ਵਿੱਚ ਕੋਈ ਵੀ ਮੈਂ ਲੰਘ ਜਾਵਾਂ ਜਾਂ ਨਾ ਪਤਾ ਹੋਵੇ, ਉਹ ਲੰਘ ਨਹੀਂ ਸਕਦਾ। ਉਹਦੇ ਵਿੱਚ ਦੀ ਜਿਹੜਾ ਘੋੜਾ ਹੈ ਉਹ ਵੀ ਉਹਦੇ ਵਿੱਚ ਹੀ ਖਤਮ ਹੋ ਜਾਊਗਾ, ਐਨੀ ਉਹ ਗੱਬ ਹੇਠ ਤੱਕ ਹੈ। ਇਸੇ ਤਰ੍ਹਾਂ ਹੀ ਜਿਹੜੀ ਹੈਗੀ ਹੈ ਹਉਮੈ ਕਿਵੇਂ ਲਾਈ, ਕਿਵੇਂ ਜੀਵ ਹੋਇਆ, ਕਿਵੇਂ ਇਹ ਹੋਇਆ ਵੀ ਉਹਦੇ ਵਿੱਚ ਜਿਹੜਾ ਉਹ ਮਨ ਉੱਥੋਂ ਤੱਕ ਅਸਲ ਰੂਪ ਦੇ ਵਿੱਚ ਕਿਸੇ ਦਾ ਵੀ ਉਹ ਪੂਰਾ ਉੱਤਰ ਨਹੀਂ ਦੇ ਸਕਿਆ। ਰਹੋ ਵਿਚਾਰ ਕੋਈ ਫਸਿਆ ਹੈ ਨਾਲੇ ਦੇ ਵਿੱਚ ਜਾਂ ਦੁਖੀ ਹੈ ਅਤੇ ਕਹਿੰਦਾ ਉਹ ਮੈਨੂੰ ਕੱਢੋ ਹੁਣ। ਉਹ ਕਹਿੰਦੇ ਕਿਉਂ ਫਸ ਗਿਆ ਤੂੰ, ਇਹਦੇ ਵਿੱਚ ਆ ਗਿਆ। ਉਹ ਕਹਿੰਦੇ ਮੈਂ ਦੁਖੀ ਹਾਂ ਐਸਾ, ਤੁਸੀਂ ਪੁੱਛਦੇ ਕਿਉਂ ਆ ਗਿਆ, ਪਹਿਲਾਂ ਕੱਢੋ ਮੈਨੂੰ। ਇਸ ਕਰਕੇ ਅਸੀਂ ਹੈਗੇ ਫਸੇ ਹੋਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ, ਅਤੇ ਸੰਸਾਰ ਦੇ ਵਿੱਚ ਆਸਾ ਤ੍ਰਿਸ਼ਨਾ, ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁਨ ਜਗ ਜਾਇਆ ਪਾਈ, ਬਿਨਸੈ ਨਾਮ ਵਿਸਾਰੀ, ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਪੂਜੈ ਪਾਈ, ਸੋ ਆਤਮ ਤਤ ਵਿਚਾਰੀ। ਇੱਕ ਪੰਡਿਤ ਆ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਪਾਸ, ਅਧਿਆਤਮਿਕ ਵਿਚਾਰ ਵਾਲਾ, ਬ੍ਰਹਮ ਵਿਦਿਆ ਦੀ ਵਿਚਾਰ ਵਾਲਾ, ਅਤੇ ਉਹ ਕਹਿੰਦੇ ਜੀ ਕਿਵੇਂ ਫਸ ਗਿਆ, ਕਿਵੇਂ ਹੋ ਗਿਆ, ਇਹ ਹੋਰ ਚੀਜ਼ ਹੈ, ਮੈਨੂੰ ਵੀ ਆਪ ਕਿਰਪਾ ਕਰਕੇ ਐਸੀ ਸਿੱਖਿਆ ਦਿਓ ਜਿਸ ਤਰ੍ਹਾਂ ਮੈਂ ਪਾਰ ਹੋਇਆ। ਉਹ ਸਤਿਗੁਰੂ ਸਾਹਿਬ ਜੀ ਨੇ ਕਿਹਾ ਠੀਕ ਹੈ ਪੰਡਿਤ ਜੀ, ਤੁਸੀਂ ਪੁਰਾਣ ਵੀ ਪੜ੍ਹੇ, ਸ਼ਾਸਤਰ ਵੀ ਪੜ੍ਹੇ, ਹੋਰ ਵੀ, ਪਰ ਤੁਹਾਨੂੰ ਮਨ ਦੇ ਵਿੱਚ ਪੂਰਾ ਨਿਰਣੇ ਪੂਰਵਕ ਨਿਸ਼ਚੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵੱਲੋਂ ਉਧਰ ਉਤਸ਼ਾਹ ਨਹੀਂ ਹੋਇਆ, ਉਧਰ ਲਿਵਲੀ ਨਹੀਂ ਹੋਏ। ਅਤੇ ਭਗਤੀ ਦੇ ਨਾਲ ਹੀ ਜਿਹੜਾ ਹੈ ਇਹ ਮਨ ਨਿਰਮਲ ਹੁੰਦਾ ਹੈ। ਮਨ ਨਿਰਮਲ ਦੀ ਕੀ ਹੈ ਵੀ ਇਹਦੇ ਵਿੱਚੋਂ ਕਾਮ ਕ੍ਰੋਧ ਲੋਭ ਹੰਕਾਰ ਮਿਟ ਜਾਂਦੇ ਨੇ, ਅਤੇ ਫਿਰ ਜਿਹੜੀ ਹੈਗੀ ਹੈ ਮਲ ਵਿਖੇਪ ਅਵਰਨ ਦੂਰ ਹੋ ਜਾਂਦੇ ਹੈ। ਮਲ ਪਾਪਾਂ ਦੀ ਹੁੰਦੀ ਹੈ, ਉਲਟੇ ਪੁਲਟੇ ਫੁਰਨੇ ਹੋਣੇ। ਆਪਣੇ ਵੀ ਇਹ ਵਿਚਾਰ ਦਾ ਦਿਹਾੜਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਿਵੇਂ ਪਿੰਡਰਾਂ ਵਾਲੇ ਦੀ ਸੰਗਤ ਦੇ ਵਿੱਚ ਆਏ, ਅਤੇ ਆਪਾਂ ਵੀ ਇਹ ਛੁੱਟਣਾ ਚਾਹੁੰਦੇ ਹਾਂ
ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਇਹ ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਪੰਡਿਤ ਜੀ ਹੋਰ ਵਿਚਾਰਾਂ ਛੱਡੋ, ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਵਿਚਾਰੇ। ਜੋ ਆਪਣੇ ਆਪ ਦਾ ਵਿਚਾਰ ਹੈ ਔਰ ਤਤ ਸਰੂਪ ਹੈ, ਉਹ ਨੋ ਪਰਮ ਤਤੰ ਅਤਤੰ ਸਰੂਪ ਹੈ, ਉਸ ਦੀ ਵਿਚਾਰ ਕਰੋ। ਹੋਰ ਪਾਸੇ ਤੁਸੀਂ ਸ਼ਾਸਤਰ ਪੜ੍ਹੇ ਹੋ, ਹੋਰ ਵਿਚਾਰਾਂ ਨੇ ਆਪਣੀ ਆਪਣੀਆਂ ਜੁਗਤੀਆਂ ਦੱਸਦੇ ਨੇ। ਸੋ ਆਤਮ ਤਤ ਵਿਚਾਰੀ, ਉਸ ਦੀ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ। ਇਹ ਹੋਰ ਵੀ ਮਹਾਵਾਕ ਹੈ, ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾ ਆਤਮਾ, ਆਤਮਾ ਵਾਸੁਦੇਵਸ ਜੇ ਕੋ ਜਾਣੇ ਭਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਜੇ ਕੋਈ ਗੁਰੂ ਦੀ ਸ਼ਰਨ ਲੈ ਕੇ ਉਸਨੂੰ ਆਤਮਾ ਪ੍ਰਾਤਮਾ ਦੀ ਸੂਝ ਬੂਝ ਹੋ ਜਾਏ ਤੇ ਅਭੇਦਤਾ ਪ੍ਰਾਪਤ ਹੋ ਜਾਏ, ਤਾਂ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਵਾਹਿਗੁਰੂ ਦਾ ਹੀ ਸਰੂਪ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ। ਜੇ ਕੋਈ ਮਨ ਦੇ ਵਿੱਚ ਉਹਦਾ ਮੰਨਣ ਕਰਨਾ ਜਾਣੇ ਤੇ ਫਿਰ ਉਹ ਨਿਰੰਜਨ ਹੋਏ, ਉਸ ਦਾ ਹੀ ਸਰੂਪ ਹੋ ਜਾਂਦਾ ਹੈ। ਸੋ ਉਹ ਮਹਾਂਪੁਰਸ਼ ਫੇਰੇ ਅਖਾੜੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਗੁਰਸਿੱਖਾਂ ਦੇ ਘਰ ਦੇ ਵਿੱਚ, ਅਤੇ ਆਪਣੇ ਗੁਰਸਿੱਖੀ ਦੀ ਲਾਗ ਬਾਣੀ ਪੜ੍ਹਨੀ ਜੈਸੀ ਮਾਤਾ ਪਿਤਾ ਨੂੰ ਹੋਵੇ ਹੋਰ ਆਲੇ ਦੁਆਲੇ ਉਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਅਤੇ ਬਾਣੀ ਪੜ੍ਹਨ ਲੱਗ ਪਏ, ਜਦੋਂ ਸੂਝ ਬੂਝ ਹੋਈ ਅਤੇ ਬੁੱਧੀ ਤੀਕਸ਼ਣ ਸੀ, ਚੰਗੇ ਕੋਈ ਪਿਛਲੇ ਪੂਰਬਲੇ ਕਰਮ ਸੀ ਜੋ ਐਸੇ ਘਰ ਦੇ ਵਿੱਚ ਜਨਮ ਹੋਣਾ, ਅਤੇ ਅੱਗੇ ਫੇਰ ਸਤਸੰਗਤ ਹੋ ਕੇ ਅਤੇ ਆਪਣੇ ਵਾਹਿਗੁਰੂ ਪਰਮੇਸ਼ਰ ਗੁਰੂ ਦੀ ਸ਼ਰਨ ਲੈ ਕੇ ਗੁਰਮਤਿ ਦੇ ਅਨੁਸਾਰ ਆਪਣੇ ਆਹਾਰ ਵਿਹਾਰ ਇਹ ਕਰਕੇ ਅਤੇ ਸੰਸਾਰ ਤੋਂ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਉਹ ਫਿਰ ਅਵਸਥਾ ਆ ਜਾਂਦੀ ਹੈ ਵੀ ਇਹ ਸਭ ਨਾਨਕ ਬ੍ਰਹਮ ਪਸਾਰੋ। ਵੀ ਉਸ ਦਾ ਹੀ ਪਸਾਰਾ ਹੈ, ਉਹੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਤਰਨ ਮਾਹੇ ਆਕਾਸ਼ ਪਿਆਰ, ਸਰਬ ਲੋਕ ਪੂਰਨ ਪ੍ਰਤਪਾਲ। ਬਾਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈਤ ਸੇ ਸਮਾਏ। ਤਿਸ ਤੇ ਭਿੰਨ ਨਾਹੀ ਕੋਈ ਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਉਹ ਸੁਖ ਸਰੂਪ ਹੈ ਅਤੇ ਉਹਦੇ ਵਾਸਤੇ ਭਾਈ ਸਿਮਰੋ, ਸਿਮਰ ਸੁਖ ਪਾਓ। ਅਤੇ ਜੀ ਕਲ ਕਲੇਸ਼ ਬੜੇ ਬਣ ਰਹਿੰਦੇ ਆ ਘਰਾਂ ਵਿੱਚ, ਕਲਯੁਗ ਦਾ ਸਮੇਂ, ਕਲ ਕਲੇਸ਼ ਮਨ ਮਾਹੇ ਮਿਟਾਓ। ਐਸੀ ਪ੍ਰੀਤ ਕਰੋ ਮਨ ਮੇਰੇ, ਨਾਨਕ ਵਿਸਰ ਨ ਕਾਹੂੰ ਗਿਰੇ, ਨਾਨਕ ਵਿਸਰ ਨ ਕਾਹੂੰ ਗਿਰੇ। ਸੋ ਉਹਨਾਂ ਨੇ ਇੱਥੇ ਅਖਾੜੇ ਦੀਵਾਨ ਲੱਗਿਆ। ਪਹਿਲਾਂ ਤੋਂ ਘਰ ਦੇ ਵਿੱਚ ਗੁਰਸਿੱਖੀ ਦੀ ਵਿਚਾਰ ਚਲੀ ਆਉਂਦੀ ਸੀ, ਅਤੇ ਉਹਨਾਂ ਦਾ ਦੀਵਾਨ ਸੁਣ ਕਰਕੇ ਇਹਨਾਂ 'ਤੇ ਬੜਾ ਪ੍ਰਭਾਵ ਪਿਆ ਅਤੇ ਇਹਨਾਂ ਨੂੰ ਲੱਗਣ ਲੱਗੀ ਵੀ ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰੀਏ। ਫਿਰ ਇੱਥੇ ਆਉਣ ਲੱਗ ਪਏ, ਸੰਗਤ ਕਰਨ ਲੱਗ ਪਏ। ਚਲੋ ਘਰ ਦੇ ਵਿਹਾਰ ਸੀ, ਜੈਸੀ ਕੋਈ ਪ੍ਰਾਰਬਧ ਸੀ, ਸੰਸਾਰਿਕ ਪ੍ਰਵਿਰਤੀ ਵੀ ਹੋਈ, ਆਪਣੀ ਕਿਰਤ ਵੀ ਮਹਾਂਪੁਰਸ਼ ਦਾ ਇਹ ਵੀ ਆਪਣੀ ਭਾਈ ਕਿਰਤ ਕਰੋ ਧਰਮ ਦੀ, ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੋ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲਓ, ਗੁਰਮਤਿ ਨੂੰ ਸਿੱਖੀ ਨੂੰ ਧਾਰਨ ਕਰੋ। ਇਹ ਇਸੇ ਤਰ੍ਹਾਂ ਹੀ ਫਿਰ ਇਹਨਾਂ ਦੀ ਸੰਗਤ ਕਰਦੇ ਰਹੇ ਹੌਲੀ ਹੌਲੀ, ਅਤੇ ਇਹਨਾਂ ਦੀ ਵਿਚਾਰ ਨਾਲ ਵੀ ਕਹਿੰਦੇ ਚੰਗਾ ਭਾਈ ਜਿਸ ਤਰ੍ਹਾਂ ਹੈ ਤੂੰ ਉੱਧਰ ਵੀ ਘਰ 'ਚ ਵੀ ਰਹਿ, ਆਪਣਾ ਕੰਮਕਾਰ ਵੀ ਕਰੀ ਚੱਲ ਜਾ, ਹੋਰ ਚੀਜ਼ ਹੈ। ਫਿਰ ਇਹਨਾਂ ਦੀ ਆਗਿਆ ਦੇ ਵਿੱਚ ਹੀ ਰਹਿਣ ਲੱਗ ਪਈ। ਜਿਵੇਂ ਮਹਾਰਾਜ ਤੁਸੀਂ ਕਹੋ, ਇਹ ਕਹੋ ਮੈਂ ਉੱਥੇ ਚਲੇ ਜਾਣੇ, ਜਿਵੇਂ ਕਹੋ ਇਹਨਾਂ ਦੀ ਆਗਿਆ ਦੇ ਵਿੱਚ ਹੀ ਫਿਰ ਇਹਨਾਂ ਦਾ ਆਪਣੇ ਜਿਹੜਾ ਆਨੰਦ ਕਾਰਜ ਦਾ
ਜਿਹੜੀ ਪ੍ਰਵਿਰਤੀ ਹੈ ਇਹ ਹੋ ਗਈ। ਜਿਸ ਤਰ੍ਹਾਂ ਉਹਨਾਂ ਦੇ ਅੱਗੇ ਆਪਣੇ ਭਾਈ ਭਗਵਾਨ ਸਿੰਘ ਜੀ ਰਾਗੀ ਅਤੇ ਉਹ ਗੁਰਮੁਖ ਦੂਸਰਾ ਉਹਨਾਂ ਦਾ ਉਹ ਵੀ ਚੰਗੇ ਗੁਰਮੁਖ ਹੋਏ। ਇਸ ਤਰ੍ਹਾਂ ਦੀ ਇਹਨਾਂ ਦੀ ਮੁੱਢਲੀ ਰੀਤੀ ਹੈ। ਫਿਰ ਇਹ ਦੇਖ ਲਓ ਬਈ ਇੱਥੇ ਬੁੱਧੀ ਚੰਗੀ ਸੀ ਇਹਨਾਂ ਦੀ ਜਾਂ ਹੋਰ ਚੀਜ਼ ਹੈ। ਮਹਾਂਪੁਰਸ਼ਾਂ ਦੀ ਸੰਗਤ ਕਰਕੇ ਇਹ ਜਿਹੜੀ ਗੁਰਬਾਣੀ ਦੀ ਵਿੱਦਿਆ ਉਹ ਵੀ ਥੋੜ੍ਹੀ ਸੁਣੀ ਅਤੇ ਫਿਰ ਅੱਗੇ ਉਹ ਮਹਾਂਪੁਰਸ਼ਾਂ ਨੇ ਇਹਨੇ ਪਾਈ ਜਿਹੜੇ ਕੋਈ ਗੁਰਮਤਿ ਧਾਰ ਕੇ ਗੁਰਬਾਣੀ ਦੀ ਸੂਝ ਬੂਝ ਉਹਨਾਂ ਨੂੰ ਹੈ, ਉਹ ਅੱਗੇ ਵੀ ਹੋਰ ਸੰਗਤਾਂ ਦੇ ਵਿੱਚ ਵੀ ਉਹ ਸੂਝ ਬੂਝ ਨੂੰ ਕਰਾਇਆ ਕਰੋ ਜਿੰਨੀ ਕੁ ਹੁੰਦੀ ਹੈ ਬਈ ਇਹ ਗੁਰਬਾਣੀ ਦਾ ਇਹ ਮਤਲਬ ਹੈ, ਉਹ ਅਰਥ ਪੜ੍ਹਾਓ। ਇਸ ਤਰ੍ਹਾਂ ਫਿਰ ਇਹਨਾਂ ਦਾ ਵੀ ਹੋਰ ਵੀ ਜਿਹੜੇ ਸੀ, ਜਿਸ ਤਰ੍ਹਾਂ ਆਪਣੇ ਜਥੇਦਾਰ ਉਹਨਾਂ ਨੂੰ ਕਹਿੰਦੇ ਸੀ, ਉਸ ਵੇਲੇ ਮੁਖੀ ਸੀ ਉਹ ਜਥੇ ਦੇ ਵਿੱਚ, ਤਾਂ ਉਹਨਾਂ ਨੂੰ ਜਥੇਦਾਰ ਕਹਿੰਦੇ ਸੀ। ਜਥੇਦਾਰ ਗੁਰਦਿਆਲ ਸਿੰਘ ਜੀ, ਸੰਤ ਅਜੈਬ ਸਿੰਘ ਜੀ, ਸੰਤ ਨਰੈਣ ਸਿੰਘ ਜੀ, ਹੋਰ ਵੀ ਇਸ ਤਰ੍ਹਾਂ ਬੇਅੰਤ ਨਾਮਾਂ ਵਾਲੇ ਇਹਨਾਂ ਤੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਸੀ। ਸੰਤ ਸੁੰਦਰ ਸੁਣਿਆ ਚੋਂ ਉਹਨਾਂ 'ਚੋਂ ਇੱਕ ਇਹ ਵੀ ਸੀ। ਇਹ ਵੀ ਫਿਰ ਵਿਚਨ ਲੱਗ ਪਏ ਕੋਈ ਸਿੰਘ ਜਿੰਨੇ ਕੁ ਨਾਲ ਹੁੰਦੇ ਨੇ। ਅਤੇ ਫਿਰ ਇੱਥੇ ਦਾ ਜਿਹੜਾ ਪ੍ਰਬੰਧ ਸੀ ਇਹ ਦੇਖ ਲਓ ਵੀ ਸੰਤ ਸੁੰਦਰ ਸੋਹਣਾ ਦੇ, ਸੰਤ ਇੰਦਰ ਸੋਹਣਾ ਦੇ ਇਹ ਦੋਨੋਂ ਭਾਈ ਸੀ। ਇਹਨਾਂ ਦੇ ਪਿਤਾ ਆਪਣੇ ਬਾਬੇ ਖਜ਼ਾਨ ਸੋਹਣੀ ਸੀ ਅਤੇ ਉਹਨਾਂ ਨੇ ਸਭ ਕੁਛ ਹੀ ਸੰਗਤਾਂ ਨੂੰ ਹੀ ਸੌਂਪ ਦਿੱਤਾ, ਕੁਝ ਨਹੀਂ ਆਪਣਾ ਰੱਖਿਆ। ਇਹਨਾਂ ਨੂੰ ਸੰਤ ਸੁੰਦਰ ਸੋਹਣੀ ਸੀ, ਸੰਤ ਇੰਦਰ ਸੋਹਣੀ ਸੀ, ਸਾਰਾ ਹੀ ਇਹਨਾਂ ਨੂੰ ਇਹ ਸੌਂਪ ਦਿੱਤਾ। ਅਤੇ ਫਿਰ ਸੰਤ ਸੁੰਦਰ ਸੋਹਣੀ ਤੋਂ ਬਾਹਰ ਕਰਦੇ ਸੀ ਅਤੇ ਬਾਬੇ ਖਜ਼ਾਨ ਸੋਹਣੀ ਬਹੁਤ ਜਪੀ ਤਪੀ ਸੀ, ਵਿਦਵਾਨ ਵੀ ਸੀ, ਕਮਾਈਆਂ ਵਾਲੇ ਵੀ ਸੀ। ਅਤੇ ਉਹਨਾਂ ਦੇ ਕੋਲ ਇਸ ਸੇਵਾ ਦੇ ਵਿੱਚ ਸੰਤ ਇੰਦਰ ਸੋਹਣੀ ਰਹਿਣ ਲੱਗ ਪਏ। ਇਉਂ ਥੋੜ੍ਹੀਆਂ ਜਿਹੀਆਂ ਵਿਚਾਰਾਂ ਨੇ ਅਤੇ ਇਹਨਾਂ ਨੂੰ ਫਿਰ ਆਪਣੇ ਜਿਵੇਂ ਜਿਵੇਂ ਪ੍ਰੇਰਨਾ ਹੁੰਦੀ ਜਾਂ ਹੁਕਮ ਹੁੰਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ, ਇਸ ਨੇ ਸੰਤ ਨਰੈਣ ਸਿੰਘ ਜੀ ਵੀ ਪੜ੍ਹੇ ਹੈ, ਹੋਰ ਵੀ ਜਥੇਦਾਰ ਗੁਰਦਿਆਲ ਸਿੰਘ ਜੀ ਵੀ, ਇਹ ਸਾਰਿਆਂ ਨੇ ਤੁਸੀਂ ਇਹ ਸੇਵਾ ਕਰਨੀ ਹੈ ਜਿੰਨੀ ਕੋਈ ਕਰ ਸਕਦਾ ਹੈ। ਸੋ ਇੱਥੇ ਦਾ ਫਿਰ ਜਿਹੜਾ ਪ੍ਰਬੰਧ ਸੀ ਉਹ ਸਾਰਿਆਂ ਨੇ ਰਲ ਮਿਲ ਕੇ ਵੀ ਇਹਨਾਂ ਦੇ ਨਾਲ ਸਿੰਘ ਰਹਿੰਦੇ ਨੇ, ਕਿਤੇ ਨਾ ਕਿਤੇ ਹਮੇਸ਼ਾ ਦਾ ਪ੍ਰੋਗਰਾਮ ਹੁੰਦੇ ਨੇ ਹੈ। ਅਤੇ ਇਹੀ ਵੀ ਜਦੋਂ ਨਾ ਹੋਵੇ ਤਾਂ ਇੱਥੇ ਹੀ ਤੁਸੀਂ ਆਪਣੇ ਆ ਜਾਇਆ ਕਰੋ ਅਤੇ ਟਿਕਿਆ ਕਰੋ। ਅਤੇ ਇੱਥੇ ਦਾ ਜਿਹੜਾ ਪ੍ਰਬੰਧ ਹੈ ਜਿੰਨਾ ਕੁ ਉਸ ਵੇਲੇ ਥੋੜ੍ਹੇ ਰੂਪ ਦੇ ਵਿੱਚ ਸੀ ਉਹ ਤੁਸੀਂ ਸੰਭਾਲੀ ਜਿਓ। ਤਾਂ ਕਰਕੇ ਇਹਨਾਂ ਨੂੰ ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਇਹ ਇੱਥੇ ਦਾ ਅਸਥਾਨ ਦਾ ਜਿਹੜਾ ਸੀ ਵੀ ਇੱਥੇ ਕੋਈ ਸਿੰਘ ਰਹਿਣ ਜਾਂ ਹੋਰ ਅੱਗੇ ਪੜ੍ਹਨ ਕਰਨ ਉਹ ਵੀ ਸੰਭਾਲ ਦਿੱਤਾ। ਅਤੇ ਬਾਹਰ ਵੀ ਜਥਾ ਜਿਹੜਾ ਸੀ ਉਹ ਫੇਰਦੇ ਰਹੇ। ਅਤੇ ਉਹਨਾਂ ਤੋਂ ਅੱਗੇ ਦੇਖ ਲਓ ਬਈ ਜਿੱਥੇ ਕਿੱਥੇ ਹੁਣ ਤੱਕ ਹੈਗੇ ਉਹ ਸਾਰੇ ਉਹ ਪੜ੍ਹੇ ਨੇ ਜਾਂ ਕਿਸੇ ਨੇ ਕੋਈ ਜਿੰਨੀ ਕੋਈ ਮੰਨਣ ਕੀਤਾ ਨਾਮ ਬਾਣੀ ਦਾ ਜਾਂ ਸੇਵਾ ਕੀਤੀ ਹੈ ਉਹ ਪ੍ਰਤੱਖ ਹੀ ਸੰਗਤਾਂ ਦੇ ਵਿੱਚ ਐਨ ਪ੍ਰਸਿੱਧ ਨੇ। ਜਿੰਨੀ ਕੋਈ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਭਗਤੀ ਜਾਂ ਸੇਵਾ ਜਾਂ ਸਿਮਰਨ ਜਾਂ ਮੰਨਣ ਜਾਂ ਨਿਧਾਸਨ ਜਾਂ ਸਾਖਿਆਤਾ ਬਖਸ਼ੀ ਹੈ। ਸੋ ਇਉਂ ਇਹਨਾਂ ਦਾ ਵੀ ਇੱਥੇ ਦਾ ਜਿਹੜਾ ਪ੍ਰਬੰਧ ਸੀ ਇਹ ਹੋਣੇ ਕਰਕੇ ਇਹ ਵਿਚਾਰ ਉਹਨਾਂ ਦੇ ਵਾਸਤੇ ਦੱਸੀ ਗਈ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਬਾਰੇ। ਅਤੇ ਹੋਰ ਜਿਹੜੇ ਇਹਨਾਂ ਤੋਂ ਸਿੰਘ ਪੜ੍ਹੇ ਉਹ ਵੀ ਅਤੇ ਆਪਣੇ ਫਿਰ ਜਿਹੜਾ ਅੱਜ ਦਾ ਦਿਹਾੜਾ ਸਮਝ ਕੇ ਵੀ ਗੁਰੂ ਘਰ ਦੀ ਰੀਤੀ ਅਨੁਸਾਰ ਸਭ ਤੋਂ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰਬਾਣੀ, ਬਾਣੀ ਗੁਰੂ ਹੈ ਬਾਣੀ, ਉਸ ਦੀ ਓਟ ਲੈਣੀ, ਉਸ ਦੇ ਵਿੱਚ ਹੀ ਆਓ ਸੁਣ ਪੜ੍ਹਨ ਕੋ ਬਾਣੀ। ਅਤੇ ਉਹ ਜੋ ਪਾਠ ਰੱਖਿਆ ਹੋਇਆ ਸੀ, ਸਹਿਜ ਪਾਠ ਰੱਖਿਆ ਸੀ, ਉਸ ਦੇ ਸਮੇਂ ਜਿਹੜਾ ਆਪਣੇ ਵਾਕ ਆਇਆ ਹੈ ਆਪਣੇ ਕੀਰਤਨਾਸਰੀ ਮਹਿਲਾ ਪੰਜਵਾਂ ਸੌ ਗਿਆ ਸੀ। ਮੈਂ ਫਿਰ ਬੋਲੀ ਜਾਂਦਾ, ਮੈਨੂੰ ਤਾਂ ਨੀਂਦ ਆਉਣੀ ਨਹੀਂ, ਉਹ ਦੂਜੇ ਨੂੰ ਆ ਜਾਂਦੀ ਹੈ। ਚਲੋ
ਹਾਂਜੀ। ਸੋਰਠ ਮਹੱਲਾ ਪੰਜਵਾ। ਅਵਨਾਸੀ ਜੀਵਨ ਕੋ ਦਾਤਾ। ਸੋਠ ਮਹੱਲਾ ਪੰਜਵਾਂ। ਸੋਠ ਗੁਰੂ ਘਰ ਦੇ ਵਿੱਚ ਤਾਂ ਰਾਗ ਰੂਪ ਕਰਕੇ ਹੀ ਮੰਨਿਆ, ਅਤੇ ਕਈ ਸੰਗੀਤ ਕਲਾ ਵਾਲਿਆਂ ਨੇ ਆਪਣੇ ਉਹਨੂੰ ਰਾਗਣੀ ਵੀ ਮੰਨਿਆ। ਰਹੋ ਵਿਚਾਰ। ਸੋਠ ਮਹੱਲਾ ਪੰਜਵਾਂ। ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਉਹ ਐਸੇ ਗੁਰਮੁਖ ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਲਈ ਭਗਤੀ ਕੀਤੀ ਕਿ ਉਹ ਅਵਿਨਾਸੀ ਹੈ, ਨਾਸ ਤੋਂ ਰਹਿਤ ਹੈ। ਨਾਸ ਤੋਂ ਰਹਿਤ ਹੈ, ਜਿਹੜਾ ਨਾ ਜੰਮਣ ਵਿੱਚ ਆਵੇ ਨਾ ਮਰਨ ਦੇ ਵਿੱਚ ਆਵੇ। ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ, ਜਿੰਨੇ ਦੇਵੀ ਦੇਵਤੇ ਨੇ, ਇਹ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਏ ਨੇ, ਹੁਕਮ ਦੇ ਵਿੱਚ ਚਲੇ ਜਾਣਾ। ਇੱਕ ਵਾਹਿਗੁਰੂ ਪਰਮੇਸ਼ਰ ਹੀ ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕੇ ਹਿਜੈ। ਕੋਟ ਇੰਦਰ ਇੰਦਰਾਣ ਸਹਾਇ ਸਹਾਨ ਗੁਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ। ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨ ਸਮਤ। ਇਸੇ ਤਰ੍ਹਾਂ ਹੀ ਉਹ ਆਦ ਸੱਚ ਜੁਗਾਦ ਸੱਚ ਹੈ। ਪੇ ਉਹ ਸੁਖਮਨੀ ਸਾਹਿਬ ਵਿੱਚ ਉਹਦਾ ਖੋਲ੍ਹ ਕੇ ਵਿਸਤਾਰ ਕੇ ਆਦ ਸੱਚ ਜੁਗਾਦ ਸੱਚ ਹੈ। ਪੇ ਸੱਚ ਨਾਨਕ ਹੋਸੀ ਪੇ ਸੱਚ ਚਰਨ ਸਤ। ਸਤ ਪਰਸਨਹਾਰ ਪੂਜਾ ਸਤ। ਇਹ ਨਿਰਗੁਣ ਦੀ ਹੈ ਅਵਸਥਾ। ਨਹੀਂ ਤਾਂ ਨਿਰਗੁਣ ਦੇ ਤਾਂ ਕੋਈ ਹਰ ਚਰਨ ਹਰ ਜਨਮ ਮਰਨ ਵਿਹੀਨ। 10 4 4 ਪ੍ਰਵੀਨ। ਉਹਦਾ ਤਾਂ ਉਹਦੇ ਵਿੱਚ ਇਸ ਕਰਕੇ ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਉਹਨਾਂ ਨੇ ਗੁਰਮੁਖਾਂ ਨੇ ਉਹਦਾ ਸਿਮਰਨ ਕਰਦੇ ਆ। ਸਭ ਆਪਣੀ ਜਿਤਨੀ ਸੀ ਮਲ ਹੁੰਦੀ ਹੈ ਮੈਲ। ਮੈਲ ਸਾਨੂੰ ਲੱਗੀ ਹੋਈ ਹੈ ਵੱਡੀ ਹਉਮੈ ਦੀ, ਅਤੇ ਆਪਣੇ ਮੈਲ ਵਿਖੇਪ ਹੁੰਦਾ ਚੰਚਲਤਾਈ ਦਾ, ਮਨ ਟਿਕਣਾ ਨਾ। ਅਤੇ ਅਵਰਨ ਦੀ ਵੀ ਮੈਲ ਹੈ, ਅਤੇ ਅਸੰਸਕ ਅਤੇ ਪਦਾਰਥਾ ਭਾਵ ਨੇ। ਉਹ ਤਾਂ ਅਵਸਥਾ ਅੱਗੇ ਨੇ। ਅਤੇ ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਸਭ ਤਰ੍ਹਾਂ ਪਾਪਾਂ ਦੀ ਮੈਲ, ਸਭ ਤਰ੍ਹਾਂ ਮਨ ਦੀ ਚੰਚਲਤਾਈ ਦੀ ਮੈਲ, ਸਭ ਤਰ੍ਹਾਂ ਮਨ ਦੀ ਅਵਰਨ ਦੀ ਮੈਲ, ਸਭ ਤਰ੍ਹਾਂ ਮਨ ਦੀ ਅਗਿਆਨ ਦੀ ਮੈਲ, ਇਹ ਸਾਰੀ ਸਿਮਰਨ ਕਰਦਿਆਂ ਹੋਇਆ ਹੀ ਸਤਿਗੁਰੂ ਜੀ ਦੀ ਸ਼ਰਨ ਲੈ ਕੇ ਉਹ ਖੋਹ ਲਈ, ਦੂਰ ਕਰ ਲਈ। ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਕਿ ਉਹ ਅਵਿਨਾਸੀ ਤਾਂ ਹੈ ਹੀ ਹੈ, ਅਤੇ ਆਪਣੇ ਸਾਰੇ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ। ਰਸਨਾ ਗੁਣ ਗੋਪਾਲ ਨਿਧ ਗਾਇਨ। ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁਖ ਬੁਲਾਇਨ। ਸਿਮਰਤ ਸਭ ਮਲਕ ਹੋਈ। ਗੁਣ ਨਿਧਾਨ ਭਗਤਨ ਕੋ ਵਰਤਨ। ਭਗਤ ਦਾ ਉਸਦਾ ਵਰਤਾਰਾ ਹੋਣਾ, ਕਿਸੇ ਦਾ ਲੈਣਾ ਦੇਣਾ ਹੈ ਜੀ। ਅਤੇ ਉਹਦੇ ਸਭ ਗੁਣ ਤੇਰੇ। ਉਸ ਦੇ ਵਿੱਚ ਜਿਹੜੇ ਗੁਣ ਹੈ ਉਹ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਸਰਵਨ ਮਜਨ ਜਾਸਨ ਨੇ। ਅਤੇ ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਪਰ ਉਹ ਐਸੇ ਗੁਣ ਜਿਹਦੇ ਨਾਲ ਭਗਤੀ ਹੋਣੀ ਹੈ, ਕੋਈ ਸਾਰੇ ਸੰਸਾਰ ਦੇ ਲੋਕ ਨਹੀਂ ਪਾਉਂਦੇ। ਉਹ ਸਭ ਗੁਣ ਤੇਰੇ ਮੈਂ ਨਾਹੀ ਕੋਈ। ਬਿਨ ਗੁਣ ਕੀਤੇ ਭਗਤ ਨਾ ਹੋਏ। ਉਹ ਜਿਹਨੂੰ ਦਾਤ ਬਖਸ਼ਦਾ ਹੈ ਵਾਹਿਗੁਰੂ ਪਰਮੇਸ਼ਰ, ਉਸੇ ਨੂੰ ਉਹ ਗੁਣ ਪ੍ਰਾਪਤ ਹੁੰਦੇ ਨੇ। ਅਵਿਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਗੁਣਦਾਨ ਪਰਤਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਮੇਰੇ ਮਨ, ਹੁਣ ਇਹ ਤਾਂ ਉਪਦੇਸ਼ ਆਇਆ ਉਹਨਾਂ ਦੇ ਇਸ ਦਿਹਾੜੇ 'ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਿਜ ਪਾਠ ਰੱਖਿਆ, ਉਸਦੇ ਭੋਗ ਦੇ ਸਮੇਂ। ਮੇਰੇ ਮਨ, ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਆਪਣੇ ਮਨ ਨੂੰ ਹੀ ਸੰਬੋਧਨ ਕਰਦਿਆਂ ਹੋਇਆਂ ਇਹ ਮਨ ਨੂੰ ਸਮਝਾਉਣਾ ਪਾਈ ਰਹੇ। ਇਸ ਮਨ ਕੋ ਸਮਝਾਏ। ਮਨ ਬੁੱਧੀ ਨੂੰ ਜਾਂ ਹੋਰ ਚੀਜ਼ ਹੈ ਕਿ ਗੁਣਦਾਨ ਭਗਤਨ ਕੋ ਵਰਤਨ ਬਿਰਲਾ ਕਹੇ। ਮੇਰੇ ਮਨ ਜਪ ਗੁਰ ਗੋਪਾਲ। ਗੁਰ ਗੋਪਾਲ ਗੁਰੂ ਸਾਹਿਬ
ਪਰਮੇਸ਼ਰ ਦਾ ਸਰੂਪ ਹਨ। ਗੁਰੂ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ, ਗੁਰਦਿਆਲ ਸਮਰੱਥ ਗੁਰ, ਗੁਰੂ ਨਾਨਕ ਪਤਤ ਉਦਾਹਰਣੇ, ਭੋਜਲ ਵਿਖਮ ਸਦਾ ਗੁਰੂ ਬੋਹ ਤੇ ਚਾਰੇ, ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੇ। ਗੁਣਦਾਨ ਭਗਤਨ ਕਾ ਵਰਤਨ ਬਿਰਲਾ ਪਾਵੇ ਕੋਈ, ਉਹ ਬਿਰਲਾ ਹੀ ਕੋਈ ਜਿਹੜਾ ਸਤਿਗੁਰੂ ਦੀ ਸਾਹਿਬ ਜੀ ਸ਼ਰਨ ਲੈਂਦਾ ਹੈ ਅਤੇ ਸਿੱਖਿਆ ਨੂੰ ਮੰਨਦਾ। ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚਲੇ ਪਾਈ, ਵਿਛੜ ਚੋਟਾਂ ਖਾਵੇ। ਸੋ ਮੇਰੇ ਮਨ ਜਪ ਗੁਰੂ ਗੋਬਿੰਦ, ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ। ਉਹ ਪ੍ਰਿਥਵੀ ਦਾ ਸ੍ਰਿਸ਼ਟੀ ਦਾ ਵੀ ਪਾਲਕ ਹੈ, ਉਹ ਸੋਈ ਵਾਹਿਗੁਰੂ ਪਰਮੇਸ਼ਰ। ਇਹ ਸਰਬ ਪਾਲਕ, ਸਰਬ ਕਾਲਿਕ, ਸਰਬ ਕੋ ਪੁਨਕਾਲ, ਜਤਰ ਤਤਰ ਵਿਰਾਜੀ ਅਵਧੂਤ ਰੂਪ ਰਸਾਲ। ਮੇਰੇ ਮਨ ਜਪ ਗੁਰੂ ਗੋਪਾਲ ਸਭ ਸੋਈ, ਜਾਂ ਕੀ ਸ਼ਰਨ ਪੈ ਸੁਖ ਪਾਈਐ, ਬਾਹੜ ਨਾ ਦੁੱਖ ਨਾ ਹੋਏ। ਜਿਸ ਦੀ ਸ਼ਰਨ ਪਿਆ ਹੋਇਆ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਇਹ ਮੁੜ ਕਰਕੇ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਦੁੱਖ ਹੈ, ਆਦ ਵਿਆਦ ਉਪਾਦ ਜਾਂ ਜਨਮ ਮਰਨੇ, ਇਹ ਮੁੜ ਕੇ ਨਹੀਂ ਹੁੰਦਾ। ਰਹਾਉ ਬੜ ਭਾਗੀ ਸਾਧ ਸੰਗ ਪ੍ਰਾਪਤ, ਤੈਨੂੰ ਭੇਟਤ ਦੁਰਮਤ ਖੋਈ। ਇਹ ਲੋਕ ਖੋਟੀ ਮਤ ਕਰਕੇ ਸਾਡੇ ਅੰਦਰ ਸ਼੍ਰੇਸ਼ਟ ਗੁਣ ਨਹੀਂ ਆਉਂਦੇ, ਹੋਰ ਉਲਟੇ ਫੁਰਨੇ ਵਿਕਾਰਾਂ ਦੇ ਫੁਰਦੇ ਨੇ। ਇਹ ਮਨ ਚੰਚਲ ਜਿਹੜਾ ਹੈ, ਇਹ ਪੰਜਾਂ ਦੇ ਵਸ ਹੋ ਕਰਕੇ ਹੋਰ ਆਪਣੇ ਮਾਇਆ ਦੇ ਉਲਝੇਵੇਂ 'ਚ ਉਲਝਿਆ ਰਹਿੰਦਾ ਹੈ। ਬੜੇ ਭਾਗੀ ਸਾਧ ਸੰਗਤ ਪ੍ਰਾਪਤ, ਵੱਡੇ ਭਾਗਾਂ ਕਰਕੇ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਸਾਧ ਸੰਗਤ ਹੈ ਗੁਰਮੁਖਾਂ ਦੀ, ਗੁਰਮੁਖ ਸਾਧ ਵਿਖਾਣੀ ਹੈ। ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ। ਜਿਹੜੇ ਗੁਰਮੁਖ ਹੈ ਉਹੀ ਅਸਾਧ ਨੂੰ, ਅਸਾਧ ਮਨ ਨੂੰ ਸਾਧਨੇ ਕਰਕੇ ਸਾਧ ਕਹੀਦੇ ਹੈ। ਗੁਰਮੁਖ ਬੁੱਧ ਵਿਵੇਕ ਵਿਵੇਕੀ ਕਿਹਨੂੰ ਕਹਿੰਦੇ ਹੈ? ਗੁਰਮੁਖਾਂ ਦੀ ਬੁੱਧੀ 'ਚ ਵਾਹਿਗੁਰੂ ਪਰਮੇਸ਼ਰ ਦਾ ਵਿਵੇਕ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੰਗ ਸਾਧੇ, ਪੰਜ ਨ ਸੰਗ ਨ ਛੁਟਿਓ, ਅਰਕ ਅਹੰਗ ਬਾਧੇ। ਪਿਆਰੇ ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ स्वामी के द्वारे, दीजय बुद्ध विवेका। पढ़ दो यही पंक्ति। बड़ भागी साध संग प्रापत, ਤਿਨ ਭੇਟਤ ਦੁਰਮਤ ਖੋਈ। ਉਹਨਾਂ ਦੇ ਨਾਲ ਮਿਲ ਕਰਕੇ ਜਿਹੜੀ ਖੋਟੀ ਮਤ ਸੀ, ਜਨਮ ਮਨ 'ਚ ਪਾਉਣ ਵਾਲੀ, ਵਿਕਾਰਾਂ 'ਚ ਪਾਉਣ ਵਾਲੀ, ਉਹ ਸਭ ਦੂਰ ਕਰ ਲਈ। ਚਲੋ ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਾਧ ਸੰਗਤ ਦੇ ਵਿੱਚ ਹੀ, ਸਾਧ ਸੰਗਤ ਕਰਦਿਆਂ ਹੋਇਆਂ ਪਹਿਲਾਂ ਤਾਂ ਜਿਹੜੇ ਔਗਣ ਹੈ ਉਹ ਦੂਰ ਹੋਣ। ਜਿਹੜੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਹੈ ਨਿਸਪਾਗੋ, ਸਾਰਾ ਮਨ ਕਾ ਮਾਨ ਤਿਆਗੋ। ਇਹ ਸਾਧਨਾ ਕਰਨ ਵਾਲੇ ਗੁਰੂ ਕੋ ਮਨ ਦੇ ਵਿੱਚੋਂ ਮਾਨ ਦੂਰ ਕਰਕੇ ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲੈ ਕੇ ਇਹ ਸੰਗਤ ਦੇ ਵਿੱਚ ਰਹੋ। ਗੁਰਭਾਗੀ ਸਾਧ ਸੰਗਤ ਤਿਨ ਪੇਟ ਦਰੂ, ਤਿਨ ਕੀ ਧੂਰ ਨਾਨਕ ਦਾਸ ਵੰਸ਼ਿਆ। ਗੁਰੂ ਸਾਹਿਬ ਜੀ ਦਾਸਾ ਭਾਵ ਦੇ ਕਰਨੇ ਕਹਿੰਦੇ ਵੀ ਸੰਗਤ ਦੇ ਵਿੱਚ ਰਹੋ ਤੇ ਦਾਸ ਬਣ ਕੇ ਰਹੋ। ਵਾਹਿਗੁਰੂ ਪਰਮੇਸ਼ਰ ਦੇ ਗੁਰੂ ਦੀ ਆਗਿਆ ਦੇ ਵਿੱਚ ਰਹੋ, ਸੰਗਤ ਦੇ ਵਿੱਚ ਮਿਲ ਕੇ ਰਹੋ। ਧੂੜ ਬਣ ਕੇ ਸ਼ਰਧਾ ਨਾਲ, ਤਿਨ ਕੀ ਧੂੜ ਨਾਨਕ ਦਾਸ ਵੰਸ਼ ਹੈ। ਉਹਨਾਂ ਦੀ ਅਸੀਂ ਧੂੜੀ ਚਾਹੁੰਦੇ ਹਾਂ ਜਿਨ ਹਰ ਨਾਮ ਹਿਰਦੈ ਪਰੋਈ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮਾਂ ਦੀ ਲੜੀ ਉਹ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਬੇਅੰਤਨ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਿਨ ਜੇ, ਰੂਪ ਰੰਗ ਅਰ ਰੇਖ ਪੇ ਕੋ ਕਹਿ ਨ ਸਕਤ ਕੇ, ਅੱਗੇ ਵਿਸਾਰਦੇ ਨਿਵਾਸੂ ਅਕਾਲੇ ਨਿਵਾਸੂ ਕਿਰਪਾਲੇ। ਕਿੰਨੇ ਹੀ ਨਾਮ ਨੇ ਜਾਪ ਸਾਹਿਬ ਦੇ ਵਿੱਚ, ਬੇਅੰਤ ਨਾਮ ਤੇ ਆਏ ਹੋ। ਹਾਂਜੀ, ਬੜ ਭਾਗੀ ਸਾਧ ਤਿਨ ਕੀ ਧੂਰ ਨਾਨਕ ਦਾਸ ਵੰਸ਼ ਹੈ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਆਪਣੇ ਹਿਰਦੇ ਦੇ ਵਿੱਚ, ਸਵਾਸ ਸਵਾਸ ਦੇ ਵਿੱਚ
ਜਿਵੇਂ ਤਾਗੇ ਦੇ ਵਿੱਚ ਬਣ ਕੇ ਪਰੋ ਲਈਦੇ ਹੈ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਸਿਮਰਨ ਹੈ ਉਹ ਸਵਾਸਾਂ ਰੂਪੀ ਤਾਗੇ ਦੇ ਵਿੱਚ ਪਰੋ ਲਿਆ ਹੈ ਅਤੇ ਰਸਨਾ ਦੇ ਨਾਲ ਉਚਾਰਨ ਕਰਦੇ ਹੈ। ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਕਈ ਵਿਰਲੇ ਕੋਈ ਕੋਈ ਐਸੇ ਨੇ, ਉਹਨਾਂ ਦੀ ਸਤਿਗੁਰੂ ਸਾਹਿਬ ਜੀ ਨੇ, ਗੁਰੂ ਰਾਮਦਾਸ ਨੇ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਹੈ। ਸੋ ਇਹ ਜਿਹੜਾ ਅੱਜ ਬਾਬੇ ਆਪਣੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅੱਜ ਵਾਲੇ ਦਿਨ ਆਪਣੇ ਗੁਰਸਿੱਖੀ ਨੂੰ ਧਾਰ ਕੇ ਜਨਮ ਨੂੰ ਸਫਲ ਕਰਦਿਆਂ ਹੋਇਆਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਧਾਰ ਗਏ ਹੈ। ਅਤੇ ਉਹ ਜਿਹੜਾ ਵਾਕ ਆਇਆ ਸੀ ਉਸਦੀ ਵਿਚਾਰ ਕਰਦੇ ਹਾਂ। ਉਹ ਆਪ ਤਾਂ ਸਭ ਵੱਧ ਤੋਂ ਵੱਧ ਚੜ੍ਹਦੇ ਤੋਂ ਚੜ੍ਹਦੇ ਗੁਰਮੁਖ ਵਿਦਵਾਨ ਕਮਾਈਆਂ ਵਾਲੇ ਹੋ। ਜੋ ਮੇਰੇ ਕੋਲ ਕੋਈ ਭੁੱਲਾਂ ਹੋਈਆਂ ਜਾਂ ਟੁੱਟੀਆਂ ਰਹਿ ਗਈਆਂ ਉਹ ਖਿਮਾ ਕਰਨੀ, ਅਤੇ ਆਪ ਸਾਧ ਸੰਗਤ ਦੀ ਗੁਰੂ ਦੀ ਦਇਆ ਦੇ ਨਾਲ ਇਹ ਮੇਰਾ ਮਨ ਵੀ ਮਨ ਬਖਸ਼ੇ ਮਿਟ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਹੁਣ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਸਾਰੇ ਮਿਲ ਕੇ ਕਿ ਮਹਾਰਾਜ ਜੋ ਜਿਵੇਂ ਉਹਨਾਂ ਗੁਰਮੁਖ ਗੁਰਸਿੱਖਾਂ ਮਹਾਂਪੁਰਸ਼ਾਂ ਨੂੰ ਆਪ ਜੀ ਨੇ ਗੁਰਾਂ ਦੀ ਬਖਸ਼ਿਸ਼ ਕੀਤੀ ਹੈ ਗੁਰਸਿੱਖੀ ਦੀ, ਉਹ ਸਾਨੂੰ ਵੀ ਬਖਸ਼ਿਸ਼ ਕਰੋ, ਜਿਸ ਦੇ ਨਾਲ ਸਾਡਾ ਵੀ ਜਨਮ ਮਨ ਮਿਟ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਹੋਏ। ਤੂੰ ਠਾਕੁਰ ਤੁਮ